ਦੱਸਦੀ ਕਿ ਗਾਈਡਲਾਈਨਸ ਜਾਰੀ ਹੋ ਗਈਆਂ ਨੇ। ਜਿਹੜੀਆਂ ਨਵੀਆਂ ਗਾਈਡਲਾਈਨਸ ਜਾਰੀ ਹੋਈਆਂ ਨੇ ਉਸ ਦੇ ਵਿੱਚ ਕੀ ਕੁਝ ਖੁੱਲ੍ਹੇਗਾ, ਕੀ ਕੁਝ ਬੰਦ ਰਹੇਗਾ, ਉਹ ਤੁਹਾਨੂੰ ਦੱਸਦੇ ਹਾਂ। ਸਭ ਤੋਂ ਵੱਡੀ ਖਬਰ ਇਹੀ ਹੈ ਕਿ ਹਾਲੇ 30 ਸਤੰਬਰ ਤੱਕ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਪਰ ਸਕੂਲਾਂ ਦਾ ਸਟਾਫ ਜੇਕਰ ਮੈਨੇਜਮੈਂਟ ਚਾਹੇਗੀ ਤਾਂ 50% ਟੀਚਿੰਗ ਅਤੇ 50% ਨੌਨ ਟੀਚਿੰਗ ਸਟਾਫ ਜਾ ਸਕੇਗਾ ਆਨਲਾਈਨ ਕਲਾਸਿਸ ਦੇ ਲਈ। ਸੋ ਸਕੂਲ, ਕਾਲਜ, ਐਜੂਕੇਸ਼ਨਲ ਇੰਸਟੀਟਿਊਟਸ, ਵਿਦਿਅਕ ਅਦਾਰੇ ਜਿਹੜੇ ਨੇ ਉਹ ਸਾਰੇ ਕੋਚਿੰਗ ਸੈਂਟਰਸ ਫਿਲਹਾਲ 30 ਸਤੰਬਰ ਤੱਕ ਬੰਦ ਰਹਿਣਗੇ ਅਤੇ ਸਿਰਫ ਟੀਚਿੰਗ ਤੇ ਨੌਨ ਟੀਚਿੰਗ ਸਟਾਫ ਹੈ ਜਿਹੜਾ ਉਹ ਜਾ ਸਕੇਗਾ, ਤੇ ਉਹ ਵੀ 50%। ਇਸ ਤੋਂ ਬਿਨਾਂ ਵੱਡੀ ਖਬਰ ਇਸ ਦੇ ਵਿੱਚ ਇਹ ਵੀ ਹੈ ਕਿ ਜਿਹੜੇ ਫੰਕਸ਼ਨਸ ਹੁੰਦੇ ਨੇ, ਰਿਲੀਜੀਅਸ ਫੰਕਸ਼ਨਸ ਨੇ ਜਾਂ ਸਮਾਜਿਕ ਪ੍ਰੋਗਰਾਮ ਨੇ ਜਾਂ ਪੋਲੀਟੀਕਲ ਨੇ, ਉਸ ਦੇ ਵਿੱਚ ਹੁਣ 100 ਲੋਕਾਂ ਦੀ ਗੈਦਰਿੰਗ ਹੋ ਸਕਦੀ ਹੈ। 100 ਲੋਕਾਂ ਦਾ ਇਕੱਠ ਉਸ ਦੇ ਵਿੱਚ ਹੋ ਸਕਦਾ ਹੈ, ਪਰ ਸੋਸ਼ਲ ਡਿਸਟੈਂਸਿੰਗ ਅਪਣਾਉਣੀ ਪਵੇਗੀ, ਮਾਸਕ ਪਹਿਨਣੇ ਪੈਣਗੇ, ਜਿੰਨੀਆਂ ਵੀ ਇੰਸਟਰਕਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਪਵੇਗਾ। ਪਰ ਜਿਸ ਢੰਗ ਦੇ ਨਾਲ ਪਹਿਲਾਂ ਮਨਾਹੀ ਸੀਗੀ ਬਿਲਕੁਲ ਅਜਿਹੇ ਪ੍ਰੋਗਰਾਮਾਂ ਤੇ, ਹੁਣ ਦੇਸ਼ ਦੀ ਸਰਕਾਰ ਦੇ ਵੱਲੋਂ, ਮਿਨਿਸਟਰੀ ਦੇ ਵੱਲੋਂ ਇਹ ਖੁੱਲ੍ਹ ਦਿੱਤੀ ਗਈ ਹੈ। ਹਾਲਾਂਕਿ ਇਹ ਸਟੇਟ ਦੀਆਂ ਸਰਕਾਰਾਂ ਤੇ ਵੀ ਨਿਰਭਰ ਕਰੇਗਾ, ਸੂਬਾ ਸਰਕਾਰ ਤੇ ਵੀ ਨਿਰਭਰ ਕਰੇਗਾ ਕਿ ਜੋ ਦਿਸ਼ਾ ਨਿਰਦੇਸ਼, ਜੋ ਨਵੀਆਂ ਗਾਈਡਲਾਈਨਸ ਜਾਰੀ ਹੋਈਆਂ ਨੇ ਉਸ ਨੂੰ ਸੂਬੇ ਦੇ ਵਿੱਚ ਕਿਵੇਂ ਪਰਮਿਟ ਕਰਨਾ ਹੈ, ਕਿੰਨਾ ਕੁਝ ਉਸ ਦੇ ਵਿੱਚ ਲਾਗੂ ਕਰਨਾ ਹੈ। ਇਹ ਦੱਸ ਦਈਏ ਕਿ ਇਹ ਗਵਰਨਮੈਂਟ ਆਫ ਇੰਡੀਆ ਦੀਆਂ ਨੇ, MHA ਦੀਆਂ ਗਾਈਡਲਾਈਨਸ ਨੇ ਅਨਲੌਕ 4 ਨੂੰ ਲੈ ਕੇ। ਸੋ ਅਨਲੌਕ ਜਿਹੜਾ 3 ਹੈ ਉਹ 31 ਅਗਸਤ ਨੂੰ ਖਤਮ ਹੋ ਰਿਹਾ ਹੈ। 1 ਸਤੰਬਰ ਤੋਂ ਅਨਲੌਕ 4 ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਦੇ ਵਿੱਚ ਮੈਟਰੋ ਰੇਲ ਵੀ 7 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਜਿਹੜੀ ਮੈਟਰੋ ਰੇਲ ਹੈ ਉਹ 7 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਇਨ ਗ੍ਰੇਡਡ ਮੈਨਰ। ਕੁਝ ਥਾਵਾਂ ਤੇ ਸ਼ੁਰੂ ਹੋਵੇਗੀ, ਪ੍ਰੋਪਰ ਜਿਹੜੀ ਹੈ ਹਾਲੇ ਸ਼ੁਰੂ ਨਹੀਂ ਹੋਵੇਗੀ, ਪਰ 7 ਸਤੰਬਰ ਤੋਂ ਮੈਟਰੋ ਰੇਲ ਚਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਓਪਨ ਥੀਏਟਰ ਵੀ ਖੁੱਲ੍ਹ ਸਕਣਗੇ 21 ਸਤੰਬਰ ਤੋਂ। ਜਿਹੜੇ ਓਪਨ 에ਅਰ ਥੀਏਟਰ ਨੇ ਉਹਨਾਂ ਨੂੰ ਖੋਲ੍ਹਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। 21 ਸਤੰਬਰ ਤੋਂ ਦੇਸ਼ ਦੇ ਵਿੱਚ ਓਪਨ 에ਅਰ ਥੀਏਟਰ ਖੁੱਲ੍ਹ ਸਕਣਗੇ। ਇਸ ਤੋਂ ਬਿਨਾਂ ਜਿਹੜੇ ਸਕੂਲ, ਕਾਲਜ, ਐਜੂਕੇਸ਼ਨਲ ਕੋਚਿੰਗ ਇੰਸਟੀਟਿਊਟ ਨੇ ਉਹ ਹਾਲੇ ਬੰਦ ਰਹਿਣਗੇ 30 ਸਤੰਬਰ ਤੱਕ। ਅਤੇ ਜੇਕਰ ਜਿਹੜੇ ਮੈਨੇਜਮੈਂਟ ਹੈ ਉਹ ਕਹੇਗੀ ਤਾਂ ਉਸ ਦੇ ਮੁਤਾਬਕ 50% ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਸਕੂਲਾਂ ਦੇ ਵਿੱਚ ਜਾ ਸਕਦਾ ਹੈ, ਪਰ ਉਹ ਵੀ ਆਨਲਾਈਨ ਟੀਚਿੰਗ ਦੇ ਲਈ ਜਾਂ ਟੈਲੀ ਕਾਉਂਸਲਿੰਗ ਜਾਂ ਇਸ ਦੇ ਸੰਬੰਧਿਤ ਕੰਮ ਦੇ ਲਈ। ਇਸ ਤੋਂ ਬਿਨਾਂ ਜਿਹੜੇ 9ਵੀਂ ਤੋਂ 12ਵੀਂ ਕਲਾਸ ਦੇ ਸਟੂਡੈਂਟਸ ਨੇ ਉਹ ਆਪਣੇ ਸਕੂਲ ਦੇ ਵਿੱਚ ਜਾ ਸਕਦੇ ਨੇ, ਪਰ ਕੰਟੇਨਮੈਂਟ ਜ਼ੋਨ ਤੋਂ ਬਾਹਰ ਤੇ ਔਨ ਵਲੰਟਰੀ ਬੇਸਿਸ ਫਾਰ ਸਿਰਫ ਗਾਈਡੈਂਸ ਦੇ ਲਈ। ਦਿਸ ਵਿਲ ਬੀ ਸਬਜੈਕਟ ਟੂ ਰਿਟਨ ਕੰਸੈਂਟ ਆਫ देयर ਪੇਰੈਂਟਸ ਐਂਡ ਗਾਰਡੀਅਨਸ। ਜੇਕਰ ਉਹਨਾਂ ਦੇ ਪਿਤਾ, ਮਾਤਾ, ਪੇਰੈਂਟਸ ਉਹਨਾਂ ਨੂੰ ਜਾਣ ਦੀ ਖੁੱਲ੍ਹ ਦੇਣਗੇ ਤਾਂ ਉਹ ਸਿਰਫ ਗਾਈਡੈਂਸ ਦੇ ਲਈ। ਕਲਾਸਿਸ ਨਹੀਂ ਹਾਲੇ ਸ਼ੁਰੂ ਹੋ ਰਹੀਆਂ, ਸਕੂਲ ਨਹੀਂ ਹਾਲੇ ਖੁੱਲ੍ਹ ਰਹੇ, ਸਿਰਫ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਸਕੂਲ ਜਾ ਸਕਦੇ ਨੇ, ਉਹ ਵੀ ਤਾਂ ਜੇਕਰ ਉਹਨਾਂ ਦੇ ਪੇਰੈਂਟਸ ਅਲਾਓ ਕਰਨਗੇ, ਉਹ ਗਾਈਡੈਂਸ ਦੇ ਲਈ ਜਾ ਸਕਦੇ ਨੇ। ਇਸ ਤੋਂ ਬਿਨਾਂ ਜਿਹੜੇ ITIs ਨੇ, ਸ਼ਾਰਟ ਟਰਮ ਟ੍ਰੇਨਿੰਗ ਸੈਂਟਰ ਨੇ ਜਾਂ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ, ਸਟੇਟ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ, ਜਿਹੜੇ ਇਸ ਤਰ੍ਹਾਂ ਦੇ ਜਿੰਨੇ ਵੀ ਇੰਸਟੀਟਿਊਟਸ ਨੇ ਉਹਨਾਂ ਨੂੰ ਵੀ 21 ਸਤੰਬਰ ਤੋਂ ਬਾਅਦ ਖੋਲ੍ਹਿਆ ਜਾ ਸਕਦਾ ਹੈ। ਤੇ ਇਸ ਤੋਂ ਬਿਨਾਂ ਇਹ ਜਿਹੜੀਆਂ ਸਿਨੇਮਾ ਹਾਲਸ ਨੇ, ਸਵਿਮਿੰਗ ਪੂਲਸ ਨੇ, ਐਂਟਰਟੇਨਮੈਂਟ ਪਾਰਕਸ ਨੇ, ਥੀਏਟਰਸ ਨੇ ਤੇ ਸਿਮਿਲਰ ਪਲੇਸਿਸ ਨੇ, ਇਹ ਹਾਲੇ ਬੰਦ ਰਹਿਣਗੀਆਂ। ਤੇ ਲੋਕਡਾਊਨ ਸ਼ੈਲ ਕੰਟੀਨਿਊ ਟੂ ਬੀ ਇੰਪਲੀਮੈਂਟਡ ਸਟ੍ਰਿਕਟਲੀ ਇਨ ਦਾ ਕੰਟੇਨਮੈਂਟ ਜ਼ੋਨਸ ਟਿਲ 30 ਸੈਪਟੰਬਰ 2020 ਤੱਕ ਇਹ ਜਿਹੜਾ ਲੋਕਡਾਊਨ ਹੈ ਉਸੇ ਤਰ੍ਹਾਂ ਇੰਪਲੀਮੈਂਟ ਰਹੇਗਾ। ਸੋ ਵੱਡੀ ਗੱਲ ਜਿਹੜੀ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਉਹ ਇਹੀ ਹੈ ਕਿ ਹਾਲੇ ਜਿਹੜੇ ਨੇ ਸਕੂਲ, ਕਾਲਜ ਬੰਦ ਰਹਿਣਗੇ ਤੇ 100 ਤੋਂ ਵੱਧ ਜਿਹੜੇ 100 ਲੋਕ ਨੇ ਉਹ ਇਕੱਠੇ ਜ਼ਰੂਰ ਹੋ ਸਕਦੇ ਨੇ, ਉਹਨਾਂ ਨੂੰ ਜ਼ਰੂਰ ਪ੍ਰਵਾਨਗੀ ਇਸ ਦੇ ਵਿੱਚ ਦਿੱਤੀ ਗਈ ਹੈ। ਤੇ ਇੱਕ ਓਪਨ 에ਅਰ ਥੀਏਟਰਸ ਉਹ ਵੀ ਖੁੱਲ੍ਹ ਸਕਣਗੇ 21 ਸਤੰਬਰ ਤੋਂ।
Metro rail will be allowed to operate with effect from 7th September in a graded manner. ਜਿਹੜੇ ਸੋਸ਼ਲ, ਐਕੈਡਮਿਕ, ਸਪੋਰਟਸ, ਐਂਟਰਟੇਨਮੈਂਟ, ਕਲਚਰਲ, ਰਿਲੀਜੀਅਸ, ਪੋਲੀਟੀਕਲ ਫੰਕਸ਼ਨਸ ਨੇ 100 ਬੰਦਿਆਂ ਦੇ ਇਕੱਠੇ ਹੋਣ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ 21 ਸਤੰਬਰ ਤੋਂ। ਤੇ ਲਿਮਟਿਡ ਗੈਦਰਿੰਗ ਹੋਵੇਗੀ ਤੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੋਵੇਗੀ, ਥਰਮਲ ਸਕੈਨਿੰਗ ਜ਼ਰੂਰੀ ਹੋਵੇਗੀ, हैंड वाश ਅਤੇ सैनिटाइजर ਜ਼ਰੂਰੀ ਹੋਵੇਗਾ। ਸੋ ਨਵੇਂ ਗਾਈਡਲਾਈਨਸ ਜਾਰੀ ਹੋਈਆਂ ਨੇ, ਉਸ ਦੇ ਵਿੱਚ ਹਾਇਰ ਐਜੂਕੇਸ਼ਨ ਇੰਸਟੀਚਿਊਟਸ ਓਨਲੀ ਫਾਰ ਰਿਸਰਚ ਸਕਾਲਰਸ, ਜਿਵੇਂ PhD ਨੇ, ਪੋਸਟ ਗ੍ਰੈਜੂਏਟ ਸਟੂਡੈਂਟਸ ਨੇ ਆਫ ਟੈਕਨੀਕਲ ਐਂਡ ਪ੍ਰੋਫੈਸ਼ਨਲ ਪ੍ਰੋਗਰਾਮਸ ਦੇ, ਉਹਨਾਂ ਨੂੰ भी परमिट किया गया है, उन्होंने भी अलाउ किया गया है कि वो भी जा सकते हैं फॉर कंसल्टेशन ओनली। सो दस दिए कि ये नवे दिशा निर्देश जारी हुए ने जिहड़े तुहानू दस रहे हैं। हाले भी जिहड़े 65 साल तो उपर ने जां प्रैगनेंट वूमन ने जां 10 साल तो घट उम्र के बच्चे ने, उन्होंने घरां दे विच रहण दी ही सलाह दी गई है। तो दुकाना जेकर खुलणगियां उहदे विच यही कहा गया कि फिजिकल डिस्टेंसिंग जिहड़ी आ ओह बना के रखी जाए। देयर विल बी नो रिस्ट्रिक्शन ऑन इंटरस्टेट एंड इंट्रास्टेट मूवमेंट ऑफ परसनस एंड गुड्स, मतलब कोई भी एक सूबे तो दूजे सूबे दे विच जा सकदा है, किसी नूं एक स्टेट तो दूजी स्टेट दे विच जाण दी कोई मनाही नहीं है ਤੇ ਨਾ ਹੀ ਇਸ ਦੇ ਲਈ ਕਿਸੇ ਪਰਮਿਸ਼ਨ ਦੀ ਲੋੜ ਹੈ। नो सैपरेट परमिशन अप्रूवल ई परमिट विल बी रिक्वायर्ड फॉर सच मूवमेंट्स। ਜੇਕਰ ਤੁਸੀਂ ਇੱਕ ਸਟੇਟ ਤੋਂ ਦੂਜੇ ਸਟੇਟ ਦੇ ਵਿੱਚ, ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਵੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਇਸ ਤੇ ਕੋਈ ਰੈਸਟ੍ਰਿਕਸ਼ਨ ਹੈ। States not to impose any local lockdown outside containment zones। सो दस दिए कि वड्डी गल इस दे विच निकल के यही सामने आई, जिहड़ी नवीं गाइडलाइनस जारी हुई ने कि एक तो 100 बंदियां दा इकट्ठ जिहड़ा हुण ओह कीता जा सकदा है, जिहड़े फंक्शन कीते जा सकदे ने, पर उहदे विच फिर तुहानूं दस दिंदे कि पंजाब दे विच हजे धारा 144 लागू है, 4 तो 5 बंदे वध इकट्ठे नहीं हो सकते, सिर्फ विआह जां अंतिम संस्कार जां भोग मौके 30 बंदे इकट्ठे हो सकते हैं। उस दे विच भी सोशल डिस्टेंसिंग जरूरी है, पर पंजाब दे लई नवीं गाइडलाइनस जदों स्टेट जारी करेगी वो वेखना होएगा। पर यह देश के वलों जिहड़ियां जारी कीतियां गईयां ने, केंद्र सरकार के वलों जिहड़ियां जारी कीतियां गईयां ने, वो गाइडलाइनस तुहानूं दस रहे हैं। स्कूल कॉलेज हाले बंद रहणगे, पर जिहड़े अपर क्लासिस ने वो किते किते गाइडेंस के लिए, कंसलटेशन के लिए स्कूलों के जरूर जा सकते हैं। मैनेजमेंट जे अलाउ करेगी तो 50% नॉन टीचिंग और 50% टीचिंग स्टाफ स्कूल के विच जा सकेगा। ये जिहड़े नवीं गाइडलाइनस जारी हुई ने वो तुहाडे तक पहुँचाउणा बेहद जरूरी सीगा। सो इस दे विच यही है कि हाले स्कूल कॉलेज बंद रहणगे। 21 सितंबर तो जिहड़ा ये ओपन एयर थिएटर खुलणगे ते 7 सितंबर तो मैट्रो रेल जिहड़ी है उसकी शुरुआत होवेगी। इस तो बिना 21 सितंबर तो ही जिहड़ा 100 के करीब लोग ने वो इकट्ठे हो सकते हैं। इस वेले दी वड्डी खबर तुहाडे नाल सांझी कर रहे हैं।